गुड मॉर्निंग स्टूडेंट्स। अज जो असी टॉपिक डिस्कस करना आ नैगोशिएबल इंस्ट्रूमेंट एक्ट दे विच वो है बिल ऑफ एक्सचेंज और चैक। कल मैं तुहानूं परमिसरी नोट के बारे विच दस्सिया सी कि परमिसरी नोट की हुंदा आ, उहदे की असैंशल्स आ, उहदियां की पार्टीज़ हुंदियां आ। ते मैं तुहानूं दस्सिया सी परमिसरी नोट की हुंदा कि जिहड़ा परसन आ जो प्रॉमिसर आ वो राइटिंग दे विच प्रॉमिस रिटन दे विच प्रॉमिस करदा आ कि वो एक सर्टन पेई नूं सर्टन सम ऑफ मनी जिहड़ी हैगी आ पे करेगा। ठीक आ, ਉਹਦੇ ਵਿੱਚ परमिसरी नोट ਵਿੱਚ ਪ੍ਰੋਮਿਸਰ खुद ਪ੍ਰੋਮਿਸ ਕਰਦਾ ਆ ਔਰ ਉਹ खुद ਉਹਨੂੰ ਬਣਾਉਂਦਾ ਵੀ ਆ, ਲਿਖਦਾ ਵੀ ਉਹੀ ਆ, ਜਿਹਨੇ ਪੈਸੇ ਦੇਣੇ ਆ ਲਿਖਦਾ ਵੀ ਉਹੀ ਆ। ਠੀਕ ਆ, ਔਰ ਅੱਜ ਅਸੀਂ ਪੜ੍ਹਨਾ ਬਿਲ ਆਫ ਐਕਸਚੇਂਜ। ਬਿਲ ਆਫ ਐਕਸਚੇਂਜ ਦੀ ਜੋ ਡੈਫੀਨੇਸ਼ਨ ਦਿੱਤੀ ਹੋਈ ਆ ਸੈਕਸ਼ਨ 5 ਦੇ ਵਿੱਚ, ਉਹਦੇ ਅਕੋਰਡਿੰਗ ਬਿਲ ਆਫ ਐਕਸਚੇਂਜ ਇਜ਼ ਐਨ ਇੰਸਟਰੂਮੈਂਟ ਇਨ ਰਾਈਟਿੰਗ containing an unconditional order signed by the maker directing a certain person to pay a certain sum of money only to or to the order of a certain person or to the bearer of the instrument। ਜਿਹੜਾ ਹੁਣ ਬਿਲ ਆਫ ਐਕਸਚੇਂਜ ਆ ਇਹ ਵੀ ਇੰਸਟਰੂਮੈਂਟ ਇਨ ਰਾਈਟਿੰਗ ਆ, ਇਹਦੇ ਵਿੱਚ ਵੀ ਰਿਟਨ ਦੇ ਇਹਨੂੰ ਲਿਖਿਆ ਜਾਂਦਾ ਆ। ਬਟ ਕੰਟੇਨਿੰਗ ਐਨ ਅਨਕੰਡੀਸ਼ਨਲ ਆਰਡਰ, ਇਹਦੇ ਵਿੱਚ ਕੀ ਆ ਕਿ ਇੱਕ ਅਨਕੰਡੀਸ਼ਨਲ ਆਰਡਰ ਜਿਹੜਾ ਉਹ ਦਿੱਤਾ ਜਾਂਦਾ ਆ, ਜਿਹਨੂੰ ਜਿਹੜਾ ਕਿ ਮੇਕਰ ਜੋ ਉਹਨੂੰ ਲਿਖ ਰਿਹਾ ਆ ਉਹ ਆਰਡਰ ਦੇ ਰਿਹਾ ਆ ਡਾਇਰੈਕਟਿੰਗ ਅ ਸਰਟਨ ਪਰਸਨ, ਔਰ ਉਹ ਕਿਸੇ ਪਰਟੀਕੂਲਰ ਪਰਸਨ ਨੂੰ ਇੰਸਟਰਕਸ਼ਨਸ ਦੇ ਰਿਹਾ, ਡਾਇਰੈਕਟ ਕਰ ਰਿਹਾ ਟੂ ਪੇ ਅ ਸਰਟਨ ਸਮ ਆਫ ਮਨੀ, ਕਿ ਉਹ ਸਰਟਨ ਅਮਾਊਂਟ ਜਿਹੜਾ ਮਨੀ ਦਾ ਉਹ ਪੇ ਕਰੇਗਾ ਓਨਲੀ ਟੂ ਦਾ ਆਰਡਰ ਆਫ ਅ ਸਰਟਨ ਪਰਸਨ। ਜਿਸ ਸਰਟਨ ਪਰਸਨ ਦਾ ਨਾਮ ਉਹਦੇ ਵਿੱਚ ਮੈਂਸ਼ਨ ਕੀਤਾ ਗਿਆ ਆ ਉਹਨੂੰ ਜਾਂ ਉਹਦੇ ਆਰਡਰ ਦੇ ਅਕੋਰਡਿੰਗ ਜਾਂ ਫਿਰ ਇੰਸਟਰੂਮੈਂਟ ਦੇ ਬੇਅਰਰ ਨੂੰ ਉਹ ਜਿਹੜਾ ਮਨੀ ਪੇ ਕਰੇਗਾ। ਸੋ ਬਿਲ ਆਫ ਐਕਸਚੇਂਜ ਵਿੱਚ ਕੀ ਹੁੰਦਾ ਆ ਕਿ ਪਰਮਿਸਰੀ ਨੋਟ 'ਚ ਕੀ ਸੀ ਕਿ ਜਿਹੜਾ ਪਰਸਨ ਲਿਖ ਰਿਹਾ ਸੀ ਉਹ ਪ੍ਰੋਮਿਸ ਕਰ ਰਿਹਾ ਸੀ ਕਿ ਉਹ ਪੈਸੇ ਦੇਗਾ। ਠੀਕ ਆ, ਬਟ ਬਿਲ ਆਫ ਐਕਸਚੇਂਜ ਦੇ ਵਿੱਚ ਕੀ ਹੁੰਦਾ, ਬਿਲ ਆਫ ਐਕਸਚੇਂਜ ਦੇ ਵਿੱਚ ਜਿਹੜਾ ਬੰਦਾ ਲਿਖ ਰਿਹਾ ਨਾ ਇੰਸਟਰੂਮੈਂਟ ਨੂੰ, ਉਹ ਕਿਸੇ ਹੋਰ ਪਰਸਨ ਨੂੰ, ਜਿਹਦਾ ਕਿ ਉਹ ਨਾਮ ਵਿੱਚ ਮੈਂਸ਼ਨ ਕਰਦਾ ਆ, ਸਰਟਨ ਪਰਸਨ ਨੂੰ ਡਾਇਰੈਕਟ ਕਰਦਾ ਆ, ਇੰਸਟਰਕਸ਼ਨਸ ਦਿੰਦਾ ਕਿ ਉਸ ਪਰਸਨ ਨੇ ਕਿਸੇ ਹੋਰ ਪਰਸਨ ਨੂੰ, ਉਹਦਾ ਨਾਮ ਵੀ ਮੈਂਸ਼ਨ ਹੋਊਗਾ, ਉਹਨੂੰ ਪੇਮੈਂਟ ਕਰਨੀ ਆ, ਜਾਂ ਉਹਦੇ ਆਰਡਰ ਦੇ ਅਕੋਰਡਿੰਗ ਪੇਮੈਂਟ ਕਰਨੀ ਆ, ਜਾਂ ਫਿਰ ਜੋ ਵੀ ਇੰਸਟਰੂਮੈਂਟ ਦਾ ਹੋਲਡਰ ਹੋਊਗਾ, ਜਿਹਦੇ ਹੱਥ ਵਿੱਚ ਉਹ ਇੰਸਟਰੂਮੈਂਟ ਹੋਊਗਾ, ਉਹਨੂੰ ਪੇਮੈਂਟ ਕਰਨੀ ਆ। ਹੁਣ ਇਹਦੇ ਵਿੱਚ ਅਸੀਂ ਪੜ੍ਹਨੀਆਂ ਆ ਇਹਦੀਆਂ ਪਾਰਟੀਜ਼। ਪਰਮਿਸਰੀ ਨੋਟ ਦੇ ਵਿੱਚ 2 ਪਾਰਟੀਜ਼ ਸੀਗੀਆਂ, ਬਟ ਬਿਲ ਆਫ ਐਕਸਚੇਂਜ ਦੇ ਵਿੱਚ 3 ਪਾਰਟੀਜ਼ ਆ। 3 ਪਾਰਟੀਜ਼ ਹੁੰਦੀਆਂ, ਡਰਾਇਰ, ਡਰੋਈ ਅਤੇ ਪੇ। ਜਿਹੜਾ ਬੰਦਾ ਲਿਖਦਾ ਆ ਬਿੱਲ ਨੂੰ ਉਹਨੂੰ ਅਸੀਂ ਡਰਾਇਰ ਕਹਿੰਦੇ ਆ, ਅਤੇ ਡਰਾਇਰ ਜਿਹੜਾ ਹੈਗਾ ਆ ਉਹ ਆਰਡਰ ਦਿੰਦਾ ਆ ਦੂਸਰੇ ਪਰਸਨ ਨੂੰ। ਸੋ ਜਿਹਨੂੰ ਆਰਡਰ ਦਿੱਤਾ ਜਾਂਦਾ ਆ ਪੇ ਕਰਨ ਦੇ ਲਈ ਉਹਨੂੰ ਡਰੋਈ ਕਿਹਾ ਜਾਂਦਾ ਆ। ਅਤੇ ਉਸ ਤੋਂ ਇਲਾਵਾ ਇੱਕ ਪਰਸਨ ਹੋਰ ਹੁੰਦਾ ਆ ਜਿਹਦਾ ਨਾਮ ਉਹਦੇ ਵਿੱਚ ਮੈਂਸ਼ਨ ਕੀਤਾ ਹੁੰਦਾ, ਜਿਹਨੂੰ ਮਨੀ ਜਿਹੜੀ ਆ ਪੇ ਕੀਤੀ ਜਾਣੀ ਆ ਉਹਨੂੰ ਪੇਈ ਕਿਹਾ ਜਾਂਦਾ ਆ। ਠੀਕ ਆ ਜੀ, ਸੋ 3 ਪਾਰਟੀਜ਼ ਹੋ ਗਈਆਂ। ਇੱਕ ਬੰਦਾ ਜਿਹੜਾ ਲਿਖ ਰਿਹਾ ਆ, ਆਰਡਰ ਦੇ ਰਿਹਾ ਆ, ਦੂਜਾ ਜਿਹਨੂੰ ਆਰਡਰ ਦਿੱਤਾ ਜਾ ਰਿਹਾ ਆ, ਤੀਜਾ ਜਿਹਨੂੰ ਮਨੀ ਐਕਚੁਅਲੀ ਮਿਲਣੀ ਆ। ਸੋ 3 ਲੋਕ ਹੋ ਗਏ। ਠੀਕ ਆ ਜੀ, ਕੁਝ ਕੇਸਿਸ ਦੇ ਵਿੱਚ ਕੀ ਹੁੰਦਾ ਆ ਕਿ ਡਰਾਇਰ ਅਤੇ ਪੇਈ ਦੋਨੋਂ ਸੇਮ ਪਰਸਨ ਵੀ ਹੋ ਸਕਦੇ ਆ। ਮਤਲਬ ਜਿਹੜਾ ਬੰਦਾ ਲਿਖ ਰਿਹਾ ਆ ਉਹ ਆਰਡਰ ਦੇ ਰਿਹਾ ਦੂਜੇ ਨੂੰ ਕਿ ਜਿਹਨੂੰ ਉਹਨੇ ਪੇਮੈਂਟ ਦੇਣੀ ਆ ਪੇਈ, ਉਹ ਲਿਖਣ ਵਾਲਾ ਡਰਾਇਰ ਹੀ ਹੋਏਗਾ। ਮਤਲਬ ਉਹ ਆਪਣੇ ਆਪ ਨੂੰ ਹੀ ਪੇਮੈਂਟ ਜਿਹੜੀ ਉਹਨੇ ਆਪਣੇ ਆਪ ਹੀ ਲੈਣੀ ਆ। ਠੀਕ ਆ ਜੀ, ਸੋ ਡਰਾਇਰ ਅਤੇ ਪੇਈ ਕੁਝ ਕੇਸਿਸ ਦੇ ਵਿੱਚ ਸੇਮ ਹੋ ਸਕਦੇ ਆ, ਬਟ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਹਮੇਸ਼ਾ ਸੇਮ ਹੋਣਗੇ। ਡਰਾਇਰ ਅਤੇ ਪੇਈ ਅਲੱਗ ਵੀ ਹੋ ਸਕਦੇ ਆ। ਠੀਕ ਆ ਜੀ, ਔਰ ਜਿਹੜਾ ਪੇਈ ਹੈਗਾ ਆ ਉਹ ਜਿਹਨੂੰ ਪੇਮੈਂਟ ਮਿਲਣੀ ਆ, ਉਹ ਅਗਰ ਉਹਨੇ ਕਿਸੇ ਹੋਰ ਨੂੰ ਅੱਗੇ ਪੇਮੈਂਟ ਕਰਨੀ ਆ ਤਾਂ ਉਹ ਉਸ ਬਿੱਲ ਨੂੰ ਕਿਸੇ ਹੋਰ ਪਰਸਨ ਨੂੰ ਇੰਡੋਰਸ ਵੀ ਕਰ ਸਕਦਾ ਆ, ਟਰਾਂਸਫਰ ਵੀ ਕਰ ਸਕਦਾ ਆ। ਫਿਰ ਉਸ ਕੇਸ ਦੇ ਵਿੱਚ ਜਿਹੜਾ ਪੇਈ ਹੁੰਦਾ ਆ ਨਾ ਉਹ ਇੰਡੋਰਸਰ ਬਣ ਜਾਂਦਾ ਆ, ਅਤੇ ਜਿਹਨੂੰ ਉਹ ਟਰਾਂਸਫਰ ਕਰ ਦਿੰਦਾ ਆ ਉਹਨੂੰ ਇੰਡੋਰਸੀ ਕਿਹਾ ਜਾਂਦਾ ਆ। ਠੀਕ ਆ ਜੀ, ਔਰ ਬਿਲ ਆਫ ਐਕਸਚੇਂਜ ਦੇ ਵਿੱਚ ਜਿਹੜਾ ਡਰੋਈ ਹੁੰਦਾ, ਜਿਹਨੂੰ ਇੰਸਟਰਕਸ਼ਨ ਦਿੱਤੀ ਜਾਂਦੀ ਆ ਪੇਮੈਂਟ ਕਰਨ ਲਈ ਕਿ ਤੂੰ ਭਾਈ ਪੇਮੈਂਟ ਦੇਣੀ ਆ, ਉਹਨੇ ਆਪਣੀ ਐਕਸੈਪਟੈਂਸ, ਆਪਣੀ ਅਸੈਂਟ ਜਿਹੜੀ ਆ ਉਹ ਵੀ ਡਰਾਇਰ ਨੂੰ ਦੇਣੀ ਹੁੰਦੀ ਆ ਕਿ ਉਹਨੇ ਉਹ ਪੇਮੈਂਟ ਜਿਹੜੀ ਆ ਦੇਣ ਲਈ ਉਹ ਤਿਆਰ ਆ, ਉਹ ਐਕਸੈਪਟਰ ਆ। ਸੋ ਐਕਸੈਪਟਰ ਜਿਹੜਾ ਆ ਹੋਲਡਰ ਨੂੰ ਲਾਈਬਲ ਤਾਂ ਹੀ ਬਣਦਾ ਆ
ਜੇ ਉਹ ਆਪਣੀ ਐਕਸੈਪਟੈਂਸ ਜਿਹੜੀ ਆ ਉਸ ਬਿੱਲ ਆਫ ਐਕਸਚੇਂਜ ਨੂੰ ਦਿੰਦਾ ਆ। ਸੋ ਕਲੀਅਰ ਹੋ ਗਿਆ ਕਿ 3 ਪਾਰਟੀਜ਼ ਨੇ, ਡਰਾਇਰ, ਡਰੋਈ ਤੇ ਪੇਈ। ਡਰਾਇਰ ਜਿਹੜਾ ਕਿ ਇੰਸਟਰਕਸ਼ਨ ਦਿੰਦਾ ਆ, ਡਰੋਈ ਜਿਹਨੂੰ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਆ ਪੇਮੈਂਟ ਕਰਨ ਲਈ, ਤੇ ਪੇਈ ਜਿਹਨੂੰ ਐਕਚੁਅਲੀ ਪੇਮੈਂਟ ਕੀਤੀ ਜਾਂਦੀ ਆ। ਇਸ ਤੋਂ ਬਾਅਦ ਇਹਦੇ ਵਿੱਚ ਅਸੀਂ ਪੜ੍ਹਨੇ ਆ ਐਸੈਂਸ਼ੀਅਲਸ। ਬਿੱਲ ਆਫ ਐਕਸਚੇਂਜ ਦੇ ਕਿਹੜੇ ਕਿਹੜੇ ਐਸੈਂਸ਼ੀਅਲਸ ਆ। ਵੈਸੇ ਤਾਂ ਕਾਫੀ ਸਾਰੇ ਇਹਦੇ ਐਸੈਂਸ਼ੀਅਲਸ ਜਿਹੜੇ ਨੇ ਉਹ ਪ੍ਰੋਵਿਜ਼ਰੀ ਨੋਟ ਬਾਰੇ ਆ, ਜਿਹੜੇ ਕਿ ਅਸੀਂ ਪਿਛਲੇ ਲੈਕਚਰ ਦੇ ਵਿੱਚ ਡਿਸਕਸ ਕੀਤੇ ਸੀ, ਜਿੱਦਾਂ ਕਿ ਡੇਟ ਹੋ ਗਈ, ਪਲੇਸ, ਸਟੈਂਪ, ਸਿਗਨੇਚਰ। ਸੋ ਇਹ ਵਾਲੀਆਂ ਫਾਰਮੈਲਿਟੀਜ਼ ਤਾਂ ਜ਼ਿਆਦਾਤਰ ਪ੍ਰੋਵਿਜ਼ਰੀ ਨੋਟ ਵਾਲੀਆਂ ਹੀ ਹੈਗੀਆਂ ਆ। ਠੀਕ ਆ, ਹੁਣ ਇਹਦੇ ਕਿਹੜੇ ਕਿਹੜੇ ਐਸੈਂਸ਼ੀਅਲਸ ਆ। ਫਸਟ ਵਨ ਹੈ ਰਾਈਟਿੰਗ। ਜਿੱਦਾਂ ਪ੍ਰੋਵਿਜ਼ਰੀ ਨੋਟ ਰਿਟਨ 'ਚ ਹੋਣੇ ਚਾਹੀਦੇ ਆ, ਉਸੇ ਤਰ੍ਹਾਂ ਹੀ ਬਿੱਲ ਆਫ ਐਕਸਚੇਂਜ ਵੀ ਰਿਟਨ 'ਚ ਹੀ ਹੁੰਦੇ ਆ। ਕੋਈ ਵੀ ਵਰਬਲੀ ਬਿੱਲ ਆਫ ਐਕਸਚੇਂਜ ਜਿਹੜਾ ਆ ਉਹ ਨਹੀਂ ਡਰॉ ਕੀਤਾ ਜਾ ਸਕਦਾ। ਸੈਕਿੰਡ ਆ ਅਨਕੰਡੀਸ਼ਨਲ, ਕਿ ਬਿੱਲ ਆਫ ਐਕਸਚੇਂਜ ਦੇ ਵਿੱਚ ਇੱਕ ਅਨਕੰਡੀਸ਼ਨਲ ਆਰਡਰ ਹੋਣਾ ਚਾਹੀਦਾ ਪੇ ਕਰਨ ਦੇ ਲਈ। ਕਿਸੇ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਥਰਡ ਆ ਸਾਈਨਡ। ਬਿੱਲ ਆਫ ਐਕਸਚੇਂਜ ਨੂੰ ਡਰਾਇਰ ਦੁਆਰਾ ਸਾਈਨਡ ਹੋਣਾ ਬਹੁਤ ਜ਼ਰੂਰੀ ਆ। ਉਸ ਤੋਂ ਬਾਅਦ ਆ ਪਾਰਟੀਜ਼। ਮੈਂ ਹੁਣੇ ਦੱਸਿਆ ਤੁਹਾਨੂੰ ਕਿ 3 ਪਾਰਟੀਜ਼ ਹੋਣੀਆਂ ਚਾਹੀਦੀਆਂ ਇੰਸਟਰੂਮੈਂਟ ਦੀਆਂ, ਔਰ ਤਿੰਨੋਂ ਸਰਟਨ ਹੋਣੀਆਂ ਚਾਹੀਦੀਆਂ। ਜਿਹੜਾ ਇੰਸਟਰਕਸ਼ਨ ਦੇ ਰਿਹਾ ਡਰਾਇਰ, ਜਿਹਨੂੰ ਦਿੱਤੀਆਂ ਜਾ ਰਹੀਆਂ ਡਰੋਈ, ਤੇ ਜਿਹਨੂੰ ਪੇਮੈਂਟ ਮਿਲਣੀ ਆ ਪੇਈ, ਤਿੰਨਾਂ ਦੇ ਨਾਮ ਕਲੀਅਰ ਕੱਟ ਮੈਂਸ਼ਨ ਹੋਣੇ ਚਾਹੀਦੇ ਆ। ਉਸ ਬਿੱਲ ਆਫ ਐਕਸਚੇਂਜ ਦੱਸਦਾ ਹੋਵੇ ਵੀ ਇਹ 3 ਲੋਕ ਕੌਣ ਕੌਣ ਹੈਗੇ ਆ, ਉਹਨਾਂ ਦੇ ਐਡਰੈਸਿਸ, ਉਹਨਾਂ ਦੇ ਡੈਜ਼ਿਗਨੇਸ਼ਨ, ਹਰ ਡਿਟੇਲ ਜਿਹੜੀ ਰਿਕੁਆਇਰਡ ਹੈਗੀ ਉਹ ਮੈਂਸ਼ਨਡ ਹੋਣੀ ਚਾਹੀਦੀ ਆ। ਉਸ ਤੋਂ ਬਾਅਦ ਆ ਸਰਟਨ ਸਮ ਆਫ ਮਨੀ। ਬਿੱਲ ਆਫ ਐਕਸਚੇਂਜ ਦੇ ਵਿੱਚ ਜਿਹੜਾ ਆਰਡਰ ਕੀਤਾ ਜਾ ਰਿਹਾ, ਉਹ ਆਰਡਰ ਕੀ ਕੀਤਾ ਜਾ ਰਿਹਾ, ਸਰਟਨ ਅਮਾਊਂਟ ਪੇ ਕਰਨ ਦਾ ਆਰਡਰ ਕੀਤਾ ਜਾ ਰਿਹਾ। ਕਿਸੇ ਤਰ੍ਹਾਂ ਦੀ ਕੋਈ ਅਮਾਊਂਟ ਨਾਲ ਰਿਲੇਟਿਡ ਕਿਸੇ ਤਰ੍ਹਾਂ ਦੀ ਕੋਈ ਵੇਗਨੈਸ, ਕੋਈ ਅਨਸਰਟਨਟੀ ਨਹੀਂ ਹੋਣੀ ਚਾਹੀਦੀ। ਕਲੀਅਰ ਕੱਟ ਫਿਗਰ ਮੈਂਸ਼ਨ ਹੋਣੀ ਚਾਹੀਦੀ ਹੈ ਇਨ ਨੰਬਰਸ, ਤੇ ਇੰਨਾ ਅਮਾਊਂਟ ਜਿਹੜਾ ਪੇ ਕਰਨਾ। ਅਮਾਊਂਟ ਕੁਛ ਵੀ ਹੋ ਸਕਦਾ ਆ, ਬਟ ਜਿੰਨਾ ਵੀ ਅਮਾਊਂਟ ਆ ਉਹ ਇਨ ਨੰਬਰਸ 'ਚ ਕਲੀਅਰ ਕੱਟ ਮੈਂਸ਼ਨ ਹੋਣਾ ਚਾਹੀਦਾ ਆ। ਠੀਕ ਆ, ਉਸ ਤੋਂ ਇਲਾਵਾ ਨੈਕਸਟ ਹੈ ਪੇਮੈਂਟ ਇਨ ਮਨੀ। ਇੰਸਟਰੂਮੈਂਟ ਦੇ ਵਿੱਚ ਜੋ ਆਰਡਰ ਦਿੱਤਾ ਜਾ ਰਿਹਾ ਆ ਪੇਮੈਂਟ ਕਰਨ ਦਾ, ਉਹ ਪੇਮੈਂਟ ਮਨੀ ਦੇ ਵਿੱਚ ਹੋਣੀ ਚਾਹੀਦੀ ਆ। ਮਨੀ ਐਂਡ ਮਨੀ ਓਨਲੀ। ਕਿਸੇ ਤਰ੍ਹਾਂ ਦੀ ਕੋਈ ਹੋਰ ਪੇਮੈਂਟ, ਜਿੱਦਾਂ ਕੋਈ ਕਹਿ ਦੇਵੇ ਕਿ ਕੋਈ ਫਸਲ ਦੀ ਗੱਲ ਆ, ਕੋਈ ਪੈਡੀ ਦੇਣੀ ਆ, ਜਾਂ ਕੋਈ ਹਾਰਸਿਸ ਦਿੱਤੇ ਜਾਣਗੇ, ਇਹੋ ਜਿਹਾ ਕੋਈ ਬਿੱਲ ਆਫ ਐਕਸਚੇਂਜ ਨਹੀਂ ਹੁੰਦਾ ਜਿਹਦੇ ਵਿੱਚ ਇਹੋ ਜਿਹੀਆਂ ਪੇਮੈਂਟਸ ਦੀ ਗੱਲ ਹੁੰਦੀ ਆ। ਸਿਰਫ ਤੇ ਸਿਰਫ ਮਨੀ ਦੀ ਗੱਲ ਹੋਣੀ ਚਾਹੀਦੀ ਆ। ਐਂਡ ਉਸ ਤੋਂ ਇਲਾਵਾ ਅਦਰ ਫਾਰਮੈਲਿਟੀਜ਼ ਜਿਹੜੀਆਂ ਨੇ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਆ ਵੀ ਡੇਟ ਹੋ ਗਈ, ਸਟੈਂਪ ਹੋ ਗਈ, ਹੈ ਨਾ, ਇਹ ਸਾਰੀਆਂ ਫਾਰਮੈਲਿਟੀਜ਼ ਜਿਹੜੀਆਂ ਆ ਉਹ ਵੀ ਫੁੱਲਫਿਲ ਹੋਈਆਂ ਹੋਣੀਆਂ ਚਾਹੀਦੀਆਂ ਆ। ਬਿੱਲ ਆਫ ਐਕਸਚੇਂਜ ਅਤੇ ਪ੍ਰੋਮਿਸਰੀ ਨੋਟ ਦੋਨੋਂ ਹੀ ਕਿਸੇ ਵੀ ਲੈਂਗੁਏਜ ਵਿੱਚ ਲਿਖੇ ਜਾ ਸਕਦੇ ਆ, ਔਰ ਕਿਸੇ ਵੀ ਵਰਡਸ ਮਤਲਬ ਇਹੋ ਜਿਹੇ ਕੋਈ ਪਰਟੀਕੂਲਰ ਵਰਡਸ ਨਹੀਂ ਆ ਵੀ ਇਹੀ ਲਿਖੇ ਹੋਣੇ ਚਾਹੀਦੇ ਆ। ਵਰਡਸ ਕੁਛ ਵੀ ਹੋ ਸਕਦੇ ਆ, ਬਟ ਇਹ ਆ ਕਿ ਵਰਡਸ ਇਹੋ ਜਿਹੇ ਹੋਣੇ ਚਾਹੀਦੇ ਆ ਜਿੱਥੇ ਕਲੀਅਰ ਕੱਟ ਜਿਹੜਾ ਹੈਗਾ ਆ ਇੰਟੈਂਸ਼ਨ ਕਲੀਅਰ ਹੁੰਦੀ ਹੋਵੇ। ਠੀਕ ਆ ਜੀ। ਸੋ ਇਹ ਸੀਗੇ ਸਾਡੇ ਬਿੱਲ ਆਫ ਐਕਸਚੇਂਜ ਦੇ ਅਸੈਂਸ਼ੀਅਲਸ। ਇਸ ਤੋਂ ਬਾਅਦ ਇਹਨਾਂ ਨੇ ਪ੍ਰੋਮਿਸਰੀ ਨੋਟ ਅਤੇ ਬਿੱਲ ਆਫ ਐਕਸਚੇਂਜ ਦਾ ਡਿਫਰੈਂਸ ਵੀ ਐਕਸਪਲੇਨ ਕੀਤਾ ਆ। ਵੈਸੇ ਤੁਹਾਨੂੰ ਦੋਨੋਂ ਚੀਜ਼ਾਂ ਹੁਣ ਦੋਨੋਂ ਡਾਕੂਮੈਂਟਸ ਕਲੀਅਰ ਹੋ ਗਏ ਆ, ਸੋ ਡਿਫਰੈਂਸ ਕਰਨਾ ਕੋਈ ਬਹੁਤਾ ਔਖਾ ਨਹੀਂ ਆ। ਫਿਰ ਵੀ ਮੈਂ ਥੋੜ੍ਹਾ ਬਹੁਤਾ ਦੱਸ ਦਿੰਦੀ ਹਾਂ। ਅਗਰ ਪਾਰਟੀਜ਼ ਦੀ ਗੱਲ ਕਰੀਏ ਤਾਂ ਬਿੱਲ ਆਫ ਐਕਸਚੇਂਜ 3 ਪਾਰਟੀਜ਼ ਹੁੰਦੀਆਂ ਆ, ਅਤੇ ਪ੍ਰੋਮਿਸਰੀ ਨੋਟ ਸਿਰਫ 2 ਪਾਰਟੀਜ਼ ਹੁੰਦੀਆਂ ਆ। ਅਗਰ ਪੇਮੈਂਟ ਦੀ ਨੇਚਰ ਦੀ ਗੱਲ ਕਰੀਏ ਤਾਂ ਬਿੱਲ ਆਫ ਐਕਸਚੇਂਜ ਅਨਕੰਡੀਸ਼ਨਲ ਆਰਡਰ ਕੀਤਾ ਜਾਂਦਾ ਪੇ ਕਰਨ ਦੇ ਲਈ, ਅਤੇ ਪ੍ਰੋਮਿਸਰੀ ਨੋਟ ਵਿੱਚ ਅਨਕੰਡੀਸ਼ਨਲ ਪ੍ਰੋਮਿਸ ਕੀਤਾ ਜਾਂਦਾ ਆ। ਠੀਕ ਆ। ਐਕਸੈਪਟੈਂਸ ਦੀ ਗੱਲ ਕਰੀਏ ਤਾਂ ਬਿੱਲ ਆਫ ਐਕਸਚੇਂਜ ਵਿੱਚ ਡਰੋਈ ਦੀ ਐਕਸੈਪਟੈਂਸ ਹੋਣੀ ਜ਼ਰੂਰੀ ਆ। ਠੀਕ ਆ ਜੀ। ਬਟ ਪ੍ਰੋਮਿਸਰੀ ਨੋਟ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਐਕਸੈਪਟੈਂਸ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਜਿਹੜਾ ਬੰਦਾ ਲਿਖ ਰਿਹਾ ਪ੍ਰੋਮਿਸਰੀ ਨੋਟ ਨੂੰ ਪੇ ਵੀ ਉਹਨੇ ਹੀ ਕਰਨਾ ਆ। ਉਸ ਤੋਂ ਬਾਅਦ ਲਾਈਬਿਲਟੀ ਆ। ਜਿਹੜਾ ਪ੍ਰੋਮਿਸਰੀ ਨੋਟ ਆ ਉਹਦੇ ਵਿੱਚ ਜੋ ਬੰਦਾ ਲਿਖ ਰਿਹਾ, ਜਿਹੜਾ ਮੇਕਰ ਆ, ਉਹਦੀ ਹੀ ਪ੍ਰਾਈਮਰੀ ਲਾਈਬਿਲਟੀ ਹੁੰਦੀ ਆ। ਠੀਕ ਆ। ਬਟ ਬਿੱਲ ਆਫ ਐਕਸਚੇਂਜ ਦੇ ਵਿੱਚ ਜਿਹੜਾ ਲਿਖ ਰਿਹਾ, ਜਿਹੜਾ ਡਰਾਇਰ ਆ, ਉਹਦੀ ਲਾਈਬਿਲਟੀ ਸੈਕੰਡਰੀ ਆ, ਉੱਤੋਂ ਕੰਡੀਸ਼ਨਲ ਵੀ ਆ। ਉਹਦੀ ਲਾਈਬਿਲਟੀ ਤਾਂ ਹੀ ਅਰਾਈਜ਼ ਹੋਣੀ ਆ ਅਗਰ ਡਰੋਈ ਨੇ ਪੇਮੈਂਟ ਕਰਨ ਤੋਂ ਮਨਾ ਕਰ ਦਿੱਤਾ, ਰਿਫਿਊਜ਼ ਕਰ ਦਿੱਤਾ, ਫਿਰ ਹੀ ਉਹਦੀ ਲਾਈਬਿਲਟੀ ਅਰਾਈਜ਼ ਹੋਣੀ ਆ। ਅਦਰਵਾਈਜ਼ ਪ੍ਰਾਈਮਰੀ ਲਾਈਬਿਲਟੀ ਜਿਹੜੀ ਹੁੰਦੀ ਆ ਉਹ ਡਰੋਈ ਦੀ ਹੁੰਦੀ ਆ। ਨੋਟਿਸ ਆਫ ਡਿਸਓਨਰ। ਬਿੱਲ ਆਫ ਐਕਸਚੇਂਜ ਦੇ ਵਿੱਚ ਅਗਰ ਡਿਸਓਨਰ ਹੋ ਜਾਂਦਾ ਆ ਨੋਨ ਪੇਮੈਂਟ ਦੇ ਕਰਕੇ ਜਾਂ ਨੋਨ ਐਕਸੈਪਟੈਂਸ ਦੇ ਕਰਕੇ, ਤਾਂ ਉਹਦਾ ਨੋਟਿਸ ਜਿਹੜਾ ਆ ਉਹ ਜਿਹੜੇ ਵੀ ਪਰਸਨ ਨੂੰ ਲਾਈਬਲ ਬਣਾਉਣਾ ਚਾਹੁੰਦਾ ਆ, ਹੋਲਡਰ, ਅਗਰ ਉਹ ਡਰਾਇਰ ਨੂੰ ਲਾਈਬਲ ਬਣਾਉਣਾ ਚਾਹੁੰਦਾ ਆ,
ਡਰੋਅਰ ਨੂੰ ਨੋਟਿਸ ਦੇਗਾ, ਅਗਰ ਕਿਸੇ ਹੋਰ ਪਾਰਟੀ ਨੂੰ ਲਾਇਬਲ ਬਣਾਉਣਾ ਚਾਹੁੰਦਾ ਤਾਂ ਉਹਨੂੰ ਨੋਟਿਸ ਦੇਗਾ। ਬਟ ਪ੍ਰੋਮਿਸਰੀ ਨੋਟ ਵਿੱਚ ਇਹੋ ਜਿਹਾ ਕੋਈ ਵੀ ਨੋਟਿਸ ਆਫ ਡਿਸਓਨਰ ਦੇਣ ਦੀ ਜ਼ਰੂਰਤ ਨਹੀਂ ਹੁੰਦੀ। ਉਸ ਤੋਂ ਬਾਅਦ ਆ ਮੇਕਰਜ਼ ਪੋਜੀਸ਼ਨ। ਬਿੱਲ ਆਫ ਐਕਸਚੇਂਜ ਵਿੱਚ ਜਿਹੜਾ ਡਰੋਅਰ ਹੁੰਦਾ ਉਹਦਾ ਇਮੀਡੀਏਟ ਰਿਲੇਸ਼ਨਸ਼ਿਪ ਹੁੰਦਾ ਆ ਐਕਸੈਪਟਰ ਨਾਲ, ਬਟ ਪੇਈ ਨਾਲ ਨਹੀਂ ਹੁੰਦਾ। ਬਟ ਪ੍ਰੋਮਿਸਰੀ ਨੋਟ ਦੇ ਕੇਸ ਵਿੱਚ ਮੇਕਰ ਦਾ ਇਮੀਡੀਏਟ ਰਿਲੇਸ਼ਨਸ਼ਿਪ ਪੇਈ ਨਾਲ ਹੁੰਦਾ ਆ। ਨੇਚਰ ਆਫ ਐਕਸੈਪਟੈਂਸ। ਪ੍ਰੋਮਿਸਰੀ ਨੋਟ ਜਿਹੜੇ ਆ ਕਦੀ ਵੀ ਕੰਡੀਸ਼ਨਲ ਨਹੀਂ ਹੁੰਦੇ, ਬਲਕਿ ਬਿੱਲ ਆਫ ਐਕਸਚੇਂਜ, ਵੈਸੇ ਬਿੱਲ ਆਫ ਐਕਸਚੇਂਜ ਵੀ ਕੰਡੀਸ਼ਨਲ ਨਹੀਂ ਹੁੰਦੇ, ਬਟ ਕੰਡੀਸ਼ਨਲੀ ਐਕਸੈਪਟ ਕੀਤੇ ਜਾ ਸਕਦੇ ਆ। ਕੰਡੀਸ਼ਨਲੀ ਲਿਖੇ ਨਹੀਂ ਜਾ ਸਕਦੇ, ਆਰਡਰ ਅਨਕੰਡੀਸ਼ਨਲੀ ਹੋਏਗਾ, ਬਟ ਉਹਨਾਂ ਦੀ ਐਕਸੈਪਟੈਂਸ ਕੰਡੀਸ਼ਨਲ ਹੋ ਸਕਦੀ ਆ। ਕਾਪੀਜ਼। ਬਿੱਲ ਆਫ ਐਕਸਚੇਂਜ ਅਸੀਂ ਸੈਟਸ ਦੇ ਵਿੱਚ ਡਰਾਅ ਕਰਦੇ ਹਾਂ, ਬਟ ਪ੍ਰੋਮਿਸਰੀ ਨੋਟ ਨੂੰ ਸੈਟਸ ਦੇ ਵਿੱਚ ਡਰਾਅ ਨਹੀਂ ਕੀਤਾ ਜਾਂਦਾ। ਪੇਬਲ ਟੂ ਬੇਅਰਰ। ਪ੍ਰੋਮਿਸਰੀ ਨੋਟ ਜਿਹੜਾ ਹੈਗਾ ਆ ਕਦੀ ਵੀ ਪੇਬਲ ਟੂ ਬੇਅਰਰ ਨਹੀਂ ਹੁੰਦਾ, ਬਟ ਬਿੱਲ ਆਫ ਐਕਸਚੇਂਜ ਇਸ ਤਰ੍ਹਾਂ ਨਾਲ ਡਰਾਅ ਕੀਤਾ ਜਾ ਸਕਦਾ ਆ ਕਿ ਉਹ ਪੇਬਲ ਟੂ ਬੇਅਰਰ ਹੋਵੇ ਔਨ ਡਿਮਾਂਡ। ਉਸ ਤੋਂ ਬਾਅਦ ਆ ਪੇਬਲ ਟੂ ਮੇਕਰ। ਪ੍ਰੋਮਿਸਰੀ ਨੋਟ ਵਿੱਚ ਮੇਕਰ ਕਦੀ ਵੀ ਆਪਣੇ ਆਪ ਨੂੰ ਪੇਮੈਂਟ ਨਹੀਂ ਕਰਦਾ, ਬਟ ਬਿੱਲ ਆਫ ਐਕਸਚੇਂਜ ਦੇ ਵਿੱਚ ਡਰੋਅਰ ਅਤੇ ਪੇਈ ਦੋਨੋਂ ਸੇਮ ਹੋ ਸਕਦੇ ਆ। ਪ੍ਰੋਟੈਸਟਿੰਗ। ਫੋਰਨ ਬਿਲਸ ਜਿਹੜੇ ਹੈਗੇ ਆ ਉਹਨਾਂ ਦੀ ਪ੍ਰੋਟੈਸਟਿੰਗ ਹੋਣੀ ਜ਼ਰੂਰੀ ਆ ਅਗਰ ਡਿਸਓਨਰ ਹੋ ਜਾਂਦੇ ਆ, ਠੀਕ ਆ ਜੀ। ਬਟ ਪ੍ਰੋਮਿਸਰੀ ਨੋਟ ਦੇ ਕੇਸ ਵਿੱਚ ਇਹੋ ਜਿਹੀ ਕੋਈ ਪ੍ਰੋਟੈਸਟਿੰਗ ਦੀ ਰਿਕੁਆਇਰਮੈਂਟ ਨਹੀਂ ਹੁੰਦੀ। ਸੋ ਇਹ ਕੁਛ ਡਿਫਰੈਂਸਿਸ ਸੀਗੇ। ਉਸ ਤੋਂ ਬਾਅਦ ਨੈਕਸਟ ਅਸੀਂ ਕਰਨਾ ਆ ਚੈੱਕ ਦੇ ਬਾਰੇ ਵਿੱਚ। ਹੁਣ ਚੈੱਕ ਕੀ ਹੈ? ਇਹ ਤੀਸਰਾ ਨੈਗੋਸ਼ੀਏਬਲ ਇੰਸਟਰੂਮੈਂਟ ਆ ਜਿਹਨੂੰ ਕਿ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਰਿਕਗਨਾਈਜ਼ ਕਰਦਾ ਆ। 2 ਹੋ ਚੁੱਕੇ ਨੇ, ਪ੍ਰੋਮਿਸਰੀ ਨੋਟ ਅਤੇ ਬਿੱਲ ਆਫ ਐਕਸਚੇਂਜ। ਹੁਣ ਚੈੱਕ ਕੀ ਆ? ਚੈੱਕ ਵੀ ਵੈਸੇ ਬਿੱਲ ਆਫ ਐਕਸਚੇਂਜ ਦੀ ਹੀ ਇੱਕ ਕੈਟੇਗਰੀ ਆ। ਚੈੱਕ ਵੀ ਬਿੱਲ ਆਫ ਐਕਸਚੇਂਜ ਦੀ ਹੀ ਇੱਕ ਟਾਈਪ ਆ, ਬਟ ਇਹਦੇ ਵਿੱਚ ਜੋ ਡਰਾਅ ਕੀਤਾ ਜਾਂਦਾ ਬਿੱਲ, ਜੋ ਆਰਡਰ ਦਿੱਤਾ ਜਾਂਦਾ, ਉਹ ਇੱਕ ਸਪੈਸੀਫਿਕ ਬੈਂਕਰ ਨੂੰ ਦਿੱਤਾ ਜਾਂਦਾ ਆ, ਠੀਕ ਆ ਜੀ। ਔਰ ਚੈੱਕ ਨਾ ਹਮੇਸ਼ਾ ਜਿਹੜਾ ਆ ਪੇਬਲ ਔਨ ਡਿਮਾਂਡ ਹੁੰਦੇ ਆ। ਅਦਰਵਾਈਜ਼ ਚੈੱਕ ਦੀ ਪੇਮੈਂਟ ਨਹੀਂ ਕੀਤੀ ਜਾ ਸਕਦੀ ਜਦ ਤੱਕ ਜਿਹਨੂੰ ਚੈੱਕ ਇਸ਼ੂ ਕੀਤਾ ਗਿਆ ਜਿਹੜਾ ਪੇਈ ਆ, ਜਿੰਨੀ ਦੇਰ ਤੱਕ ਉਹ ਡਿਮਾਂਡ ਨਹੀਂ ਕਰੂਗਾ ਜਾ ਕੇ ਬੈਂਕ ਕੋਲ, ਉਨੀ ਦੇਰ ਤੱਕ ਉਹਨੂੰ ਪੇਮੈਂਟ ਨਹੀਂ ਮਿਲਦੀ। ਸੋ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦਾ ਸੈਕਸ਼ਨ 6 ਜਿਹੜਾ ਉਹ ਚੈੱਕ ਨੂੰ ਡਿਫਾਈਨ ਕਰਦਾ ਆ ਕਿ ਅ ਚੈੱਕ ਐਜ਼ ਅ ਬਿੱਲ ਆਫ ਐਕਸਚੇਂਜ drawn on a specified banker, not expressed to be payable otherwise than on demand, and it includes the electronic image of the truncated check and a check in the electronic form. ਸੋ ਚੈੱਕ ਕੀ ਆ? ਬਿੱਲ ਆਫ ਐਕਸਚੇਂਜ ਹੀ ਆ ਜਿਹਨੂੰ ਕਿ ਇੱਕ ਸਪੈਸੀਫਾਈਡ ਬੈਂਕਰ ਦੇ ਉੱਤੇ ਡਰਾਅ ਕੀਤਾ ਜਾਂਦਾ। ਇੱਥੇ ਡਰਾਅ ਹੀ ਇੱਕ ਸਪੈਸੀਫਾਈਡ ਬੈਂਕਰ ਹੋਊਗਾ ਔਰ ਜਿਹਦੀ ਪੇਮੈਂਟ ਹਮੇਸ਼ਾ ਹੀ ਔਨ ਡਿਮਾਂਡ ਕੀਤੀ ਜਾਂਦੀ ਆ। ਐਂਡ ਇਹਦੇ ਵਿੱਚ ਅਸੀਂ ਇਲੈਕਟ੍ਰੋਨਿਕ ਇਮੇਜਿਸ ਜਿਹੜੀਆਂ ਆ ਚੈੱਕ ਦੀਆਂ, ਟਰੰਕੇਟਿਡ ਚੈੱਕ ਜਿਹੜੇ ਹੁੰਦੇ ਆ ਜਾਂ ਇਲੈਕਟ੍ਰੋਨਿਕ ਫਾਰਮਸ ਦੇ ਜਿਹੜੇ ਚੈੱਕ ਹੁੰਦੇ ਉਹਨਾਂ ਨੂੰ ਵੀ ਇਨਕਲੂਡ ਕਰਦੇ ਆ। ਹੁਣ ਇਲੈਕਟ੍ਰੋਨਿਕ ਫਾਰਮਸ ਜਿਹੜੇ ਚੈੱਕ ਹੁੰਦੇ ਉਹਦਾ ਮਤਲਬ ਕੀ ਆ? ਜਿਹੜੇ ਇਲੈਕਟ੍ਰੋਨਿਕ ਫਾਰਮ 'ਚ ਚੈੱਕ ਹੁੰਦੇ ਆ ਉਹ ਚੈੱਕ ਨੇ ਜਿਨ੍ਹਾਂ ਦੀ ਕਿ ਜਿੱਦਾਂ ਅਸੀਂ ਪੇਪਰ ਚੈੱਕ ਬਣਾਉਂਦੇ ਆ ਨਾ, ਉਹਦੀ ਹੀ ਆਪਾਂ ਜਿਹੜੀ ਇਲੈਕਟ੍ਰੋਨਿਕ ਫਾਰਮ ਜਨਰੇਟ ਕਰ ਲੈਂਦੇ ਹਾਂ, ਉਹਦੀ ਐਗਜ਼ੈਕਟ ਮਿਰਰ ਇਮੇਜ ਜਿਹੜੀ ਜਨਰੇਟ ਕਰ ਲਈ ਜਾਂਦੀ ਆ ਔਰ ਉਹਨੂੰ ਜਿਹੜਾ ਆ ਕਿਸੇ ਸਿਕਿਉਰਡ ਸਿਸਟਮ ਦੇ ਅਕੋਰਡਿੰਗ ਹੀ ਸਾਈਨਡ ਕੀਤਾ ਜਾਂਦਾ ਆ। ਮਤਲਬ ਕੋਈ ਡਿਜੀਟਲ ਸਿਗਨੇਚਰ ਵਗੈਰਾ ਉਸ ਕੇਸ ਦੇ ਵਿੱਚ ਯੂਜ਼ ਕੀਤੇ ਜਾਂਦੇ ਆ, ਠੀਕ ਆ ਜੀ। ਸੋ ਉਹਨਾਂ ਨੂੰ ਅਸੀਂ ਕਹਿੰਦੇ ਆ ਚੈੱਕ ਇਨ ਦਾ ਇਲੈਕਟ੍ਰੋਨਿਕ ਫਾਰਮ। ਹੁਣ ਨੈਕਸਟ ਆ ਟਰੰਕੇਟਿਡ ਚੈੱਕ। ਟਰੰਕੇਟਿਡ ਚੈੱਕ ਉਹ ਚੈੱਕ ਆ ਜਿਹੜੇ ਕਿ ਜਦੋਂ ਬੈਂਕ ਕਲੀਅਰਿੰਗ ਕਰਦੇ ਆ ਨਾ ਚੈੱਕਸ ਦੀ, ਉਦੋਂ ਯੂਜ਼ ਕਰਦੇ ਆ, ਠੀਕ ਆ। ਹੁਣ ਜਿੱਦਾਂ ਮੰਨ ਲਓ ਕਿ ਤੁਸੀਂ ਕੋਈ ਚੈੱਕ ਦੀ ਤੁਹਾਨੂੰ ਕਿਸੇ ਨੇ ਕੋਈ ਚੈੱਕ ਇਸ਼ੂ ਕੀਤਾ ਐਂਡ ਉਹ 10,000 ਦਾ ਚੈੱਕ ਆ, ਬਟ ਤੁਹਾਡਾ ਜਿਹੜਾ ਚੈੱਕ ਹੈਗਾ ਆ ਉਹ PNB ਬੈਂਕ ਦਾ ਆ, ਰਾਈਟ। ਬਟ ਤੁਹਾਡਾ ਅਕਾਊਂਟ ਜਿਹੜਾ ਹੈਗਾ ਉਹ SBI ਬੈਂਕ ਦੇ ਵਿੱਚ ਆ। ਸੋ ਉਹ ਆਰਡਰਡ ਚੈੱਕ ਆ, ਇਹਦਾ ਮਤਲਬ ਆ ਕਿ ਤੁਹਾਨੂੰ ਉਹ ਚੈੱਕ ਜਾ ਕੇ ਬੈਂਕ ਵਿੱਚ ਹੀ ਜਮ੍ਹਾਂ ਕਰਾਉਣਾ ਪੈਣਾ। ਹੁਣ ਇਹ ਤਾਂ ਹੈ ਨਹੀਂ ਗਾ ਕਿ ਤੁਸੀਂ ਜਾ ਕੇ ਪਹਿਲਾਂ PNB ਬੈਂਕ 'ਚ ਖਾਤਾ ਖੁਲਾਓਗੇ। ਤੁਸੀਂ ਕੀ ਕਰਨਾ? ਤੁਸੀਂ ਜਿਸ ਬੈਂਕ 'ਚ ਤੁਹਾਡਾ ਖਾਤਾ, SBI 'ਚ ਤੁਹਾਡਾ ਖਾਤਾ ਅਕਾਊਂਟ ਆ, ਤੁਸੀਂ ਉੱਥੇ ਜਾ ਕੇ ਉਹ ਚੈੱਕ ਡਿਪੋਜ਼ਿਟ ਕਰਾ ਦੇਣਾ। ਫਿਰ SBI ਇਸ ਕੇਸ ਦੇ ਵਿੱਚ ਕਲੈਕਟਿੰਗ ਬੈਂਕਰ ਬਣ ਜਾਣਾ। ਮਤਲਬ ਉਹਨੇ ਹੁਣ ਉਹ ਪੇਮੈਂਟ ਕਲੈਕਟ ਕਰਨੀ ਆ ਕਿਹਦੇ ਕੋਲੋਂ? PNB ਕੋਲੋਂ। PNB ਕੀ ਆ? ਪੇਇੰਗ ਬੈਂਕਰ। ਸੋ SBI ਨੇ ਤੁਹਾਡੇ ਬਿਹਾਫ 'ਤੇ PNB ਕੋਲੋਂ ਉਹ ਪੇਮੈਂਟ ਕਲੈਕਟ ਕਰਕੇ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਕਰਨੀ ਆ। ਔਰ ਇਸ ਜਿਹੜਾ ਇਹ ਸਾਈਕਲ ਹੁੰਦਾ ਇਹਨੂੰ ਅਸੀਂ ਕਲੀਅਰਿੰਗ ਸਾਈਕਲ ਕਹਿੰਦੇ ਆ। ਔਰ ਫਿਰ ਉਹਦੇ ਲਈ SBI ਨੂੰ PNB ਨੂੰ ਉਹ ਚੈੱਕ ਭੇਜਣਾ ਪੈਂਦਾ ਆ,
ठीक है। हुण मान लो अगर ये बैंक जोड़े ने काफ़ी डिस्टेंट ते हैगे आ, कोई एक हुशियारपुर जाए दूजा जाके चंडीगढ़ जाए, सो ये तो पॉसीबल नहीं होगा कि हुशियारपुर तो बंदा चंडीगढ़ जाएगा, नोट। उत्थे फिर की होएगा, ये ट्रंकेटेड चैक यूज़ किए जाते हैं, ठीक है। मतलब वो जी हैगी आ वो इलैक्ट्रॉनिक इमेज जी क्रिएट कर ली जाती है उस चैक की, और उन्होंने ट्रांसमिट कर दिता जाता है, ठीक है, ताकि फिजिकली मूवमेंट जी हैगी वो ना करनी पवे। सो क्लीयर हो गया तुहानूं ट्रंकेटेड चैक की हुंदे आ। हुण चैक जिहड़ा हैगा असीं क्या ये बिल ऑफ एक्सचेंज ही आ, बट ये दो एडिशनल जिहड़ियां क्वालिटीज़ हुंदियां कि ये हमेशा एक स्पैसीफाइड बैंकर ते लिखिया जांदा, ये नहीं है भी तुसीं किसी ते भी लिख दो, तुसीं हमेशा एक बैंकर ते लिखना आ, एंड वो बैंकर भी किहड़ा जिथे तुहाडा अकाउंट है और अकाउंट दे विच सफिशेंट बैलेंस आ, तुसीं उस बैंकर ते लिखना आ। वो बैंकर तुहानूं चैक बुक इशू करूगा, तुसीं उही चैक बुक यूज़ करदे हो उहनूं लिखण दे लई, ठीक है। और ये हमेशा इट इज़ ऑलवेज पेएबल ऑन डिमांड, हमेशा पेएबल ऑन डिमांड हुंदा है चैक, विदाउट एनी डेज ऑफ ग्रेस, किसी तरह के कोई डेज ऑफ ग्रेस नहीं ये विच हुंदे, ठीक है जी। सो इनू ड्रॉ किया जाता है अकॉर्डिंग टू द रिक्वायरमेंट ऑफ द सैक्शन 5 ऑफ द एक्ट। इनू मेकर द्वारा प्रॉपरली साइनड होना चाहिए, एंड ये की हैगा आ कि कंडीशनली ऑर्डर जोड़ा किया जा रहा है टू पे अ सर्टन सम ऑफ मनी, एक स्पैसीफिक परसन, एक स्पैसीफिक बेयरर नूं करनी आ, किसी बैंक नूं किया जाता है, हमेशा बैंक ते लिखे जाते हैं, ठीक है जी। हुण एक बैंक ड्राफ्ट भी हुंदे आ, तुसीं देखिया होना जदों असीं किते कोई फीस डिपॉजिट करवाने आ किसी यूनीवर्सिटी की, या तुसीं कोई टैसट भरिया उहदी फीस डिपॉजिट कराने आ, तो फिर उस वेले सानूं बैंक ड्राफ्ट बना के नाल भेजना पैंदा आ। बैंक ड्राफ्ट की हुंदा चैक नालों डिफरेंट हुंदा आ। बैंक ड्राफ्ट विच की हुंदा आ कि एक उहदे विच जिहड़ा परसन लिख रहा ना बिल ऑफ, वो भी एक बिल ऑफ एक्सचेंज ही आ, बट उहदे विच एक बैंक दूजे बैंक ते लिखदा आ, कोई परसन बैंक ते नहीं लिखदा, एक बैंक दूजे बैंक ते लिखदा आ, ठीक है। सो की करना पैंदा बैंक ड्राफ्ट बनाने लई, पहलां सानूं एक तां पेमेंट देनी पैंदी है, जे तुसीं बैंक ड्राफ्ट बनाना है तो पहलां तां जिस भी बैंक का बनाना है ना, उस बैंक जाके तुहानूं पेमेंट देनी पैनी है, पहलां उन्होंने अमाउंट देना पैना, फिर उन्होंने तुहानूं ड्राफ्ट बना के देना है। सो तुहाडे वल्लों अमाउंट जा चुका, हुण की है कि जिहड़े बैंक तो तुसीं ड्राफ्ट बनाया उहदी उस ब्रांच, उहदी एक ब्रांच जिहड़ी हैगी आ वो ऑर्डर करदी आ दूसरी ब्रांच नूं, ठीक है। जिहड़ी मान लो सपोज करो पेएबल एट चंडीगढ़ आ, तो चंडीगढ़ की ब्रांच नूं ऑर्डर करेगी कि जो भी पेई आ, अगर वो यूनीवर्सिटी का रजिस्ट्रार आ, उत्थे तुसीं ड्राफ्ट वजह रजिस्ट्रार का नाम लिखिया कि रजिस्ट्रार नूं पेमेंट करनी आ, तां हुशियारपुर वाला बैंक चंडीगढ़ वाली ब्रांच नूं ऑर्डर दे रहा है कि आ पर्टिकुलर यूनीवर्सिटी के रजिस्ट्रार नूं इन्ना अमाउंट जिहड़ा पे कर दिता जाए। सो ਉਹਨੂੰ ਅਸੀਂ बैंक ड्राफ्ट ਜਿਹੜਾ ਆ ਕਹਿੰਦੇ ਆ। सो बैंक ड्राफ्ट ज़्यादा सिक्योर्ड ਹੁੰਦੇ ਆ ਚੈੱਕ ਨਾਲੋਂ, ਕਿਉਂਕਿ बैंक ड्राफ्ट ਦੇ ਵਿੱਚ ਪਹਿਲਾਂ ਪੇਮੈਂਟ ਕੀਤੀ ਜਾਂਦੀ ਆ, ਦੈਨ ਡਰਾਫਟ ਬਣਦਾ ਆ, ਹੈ ਨਾ। ਬਟ ਚੈੱਕ ਦੇ ਕੇਸ 'ਚ ਤਾਂ ਨਾ ਬਾਅਦ ਵਿੱਚ ਤੁਸੀਂ ਚੈੱਕ ਇਸ਼ੂ ਕਰਦਾ, ਪੇਮੈਂਟ ਬਾਅਦ 'ਚੋਂ ਤੁਹਾਡੇ ਖਾਤੇ 'ਚੋਂ ਕੱਟ ਹੋਣੀ ਆ, ਠੀਕ ਆ ਜੀ। ਹੁਣ ਨੈਕਸਟ ਇਹਦੇ ਵਿੱਚ ਇੱਕ ਛੋਟਾ ਜਿਹਾ ਟੌਪਿਕ ਹੈਗਾ ਮਾਰਕਿੰਗ ਦਾ, ਚੈੱਕਸ ਦੀ ਮਾਰਕਿੰਗ। ਵੈਸੇ ਤਾਂ ਇੰਡੀਆ ਦੇ ਵਿੱਚ ਇਹੋ ਜਿਹੀ ਕੋਈ ਵੀ ਪ੍ਰੋਵੀਜ਼ਨ ਨਹੀਂ ਹੈਗੀ ਕਿ ਚੈੱਕ ਦੀ ਮਾਰਕਿੰਗ ਕੀਤੀ ਜਾਵੇ, ਠੀਕ ਆ। ਬਟ ਫਿਰ ਵੀ ਕੁਝ ਕੇਸਿਸ ਦੇ ਵਿੱਚ ਕੁਝ ਕਸਟਮਰ ਜਿਹੜੇ ਆ ਉਹ ਗਰੰਟੀ ਦੇ ਵਾਸਤੇ, ਸੇਫਟੀ ਦੇ ਵਾਸਤੇ, ਸਿਕਿਉਰਿਟੀ ਦੇ ਵਾਸਤੇ ਬੈਂਕ ਕੋਲੋਂ ਜਾ ਕੇ ਮਾਰਕਿੰਗ ਕਰਵਾ ਲੈਂਦੇ ਆ। ਜਿੱਦਾਂ ਮੈਂ ਤੁਹਾਨੂੰ ਕਿਹਾ ਨਾ ਕਿ ਬਿੱਲ ਆਫ ਐਕਸਚੇਂਜ ਵਿੱਚ ਐਕਸੈਪਟਰ ਕੋਲੋਂ ਐਕਸੈਪਟੈਂਸ ਲੈਣੀ ਪੈਂਦੀ ਆ ਕਿ ਉਹ ਤਿਆਰ ਆ ਪੈਸੇ ਦੇਣ ਲਈ, ਸੇਮ ਉਸੇ ਤਰ੍ਹਾਂ ਚੈੱਕ ਦੇ ਕੇਸ ਦੇ ਵਿੱਚ ਬੈਂਕ ਕੋਲੋਂ ਮਾਰਕਿੰਗ ਕਰਵਾਉਣੀ ਪੈਂਦੀ ਆ। ਜ਼ਰੂਰੀ ਨਹੀਂ ਆ, बट जे करवानी चाहते हो तो बैंक कोलों मार्किंग होएगी, तो बैंक उन्होंने मार्कड गुड कर देगा। ਇਹਦਾ मतलब की हैगा कि ਉਹ उस पेमेंट ਨੂੰ देण ਦੇ ਲਈ ਤਿਆਰ ਹੈਗਾ, ठीक है जी। सो एक तरह वो एक्सैप्टेंस दे रहा है, बट ये ज़रूरी नहीं ਹੁੰਦਾ करवाना। इंडिया ਦੇ ਵਿੱਚ ਇਹੋ ਜਿਹੀ ਕੋਈ ਵੀ कंपल्शन नहीं हैगी मार्किंग ਦੀ, बट ਇਹਨੂੰ करवाया जा सकता है। सो कई तरीक़े नाल मार्किंग हो सकती है, अप्रूवड वर्ड भी लिखा जा सकता, गुड वर्ड भी लिखा जा सकता, या फिर बैंक सिंपली अपना बैंकर जोड़ा सिंपली इनीशियल कर देगा, साइन कर देगा स्टैंप लगा के, दैन उन्होंने भी असी मार्किंग कह देंगे। सो ਇਹੋ ਜਿਹੇ ਜਿਹੜੇ ਚੈੱਕ ਹੁੰਦੇ ਉਹ ਸਰਟੀਫਾਈਡ ਚੈੱਕ ਹੁੰਦੇ ਆ, ਠੀਕ ਆ ਜੀ। ਸੋ ਇਹਦੇ ਨਾਲ ਹੀ ਸਾਡਾ ਅੱਜ ਦਾ ਇਹ ਲੈਕਚਰ ਜਿਹੜਾ ਕੰਪਲੀਟ ਹੁੰਦਾ। ਇਸ ਤੋਂ ਬਾਅਦ ਹੀ ਅਸੀਂ ਚੈੱਕ ਦੀ ਜਿਹੜੀਆਂ ਅਗਲੀਆਂ ਕੁਝ ਪ੍ਰੋਵੀਜ਼ਨਸ ਆ ਚੈੱਕ ਨਾਲ ਰਿਲੇਟਿਡ ਐਕਟ ਦੇ ਵਿੱਚ ਉਹ ਡਿਸਕਸ ਕਰਾਂਗੇ। ਥੈਂਕ ਯੂ।